ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪੂਰੇ ਭਾਰਤ ਦੇ ਵਿੱਚ ਜੇਕਰ ਅਸੀਂ ਦੇਖੀਏ ਤਾਂ ਇੱਕ ਬੜਾ ਅਹਿਮ ਮੁੱਦਾ ਜਿਹੜਾ ਨਿਕਲ ਕੇ ਸਾਹਮਣੇ ਆ ਰਿਹਾ ਹੈ ਸਾਡੇ ਕਿਸਾਨ ਭਰਾਵਾਂ ਨੂੰ ਲੈ ਕੇ। ਅੰਨ ਖਾਣ ਵਾਲਾ ਹਰ ਵਿਅਕਤੀ ਕਿਸਾਨਾਂ ਦਾ ਹਿੱਤ ਚਾਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਦੇਸ਼ ਦੀਆਂ ਸਰਕਾਰਾਂ ਵੀ ਜੋ ਨੇ ਉਹ ਕਿਸਾਨਾਂ ਦੀ ਬਦੌਲਤ ਹੀ ਬਣਦੀਆਂ ਤੇ ਕੋਈ ਵੀ ਸਰਕਾਰ ਜੋ ਹੋਏ ਉਹ ਕਿਸਾਨਾਂ ਦਾ ਕਦੇ ਵੀ ਉਹ ਹਿੱਤ ਕਿਸਾਨਾਂ ਦਾ ਮਾੜਾ ਕਦੇ ਨਹੀਂ ਕਰਦੀ। ਅਸੀਂ ਜਦ ਵੀ ਰੋਟੀ ਖਾਂਦੇ ਆ ਤੇ ਸਾਡੇ ਮੂੰਹ ਚੋਂ ਪਹਿਲੀ ਗੱਲ ਨਿਕਲਦੀ ਹੈ ਅੰਨ ਦੇਵੋ ਸੁਖੀ ਭਵਾ, ਵੀ ਅੰਨ ਦੇਣ ਦੇ ਜਿਹੜੇ ਦੇਵਤਾ ਨੇ ਇਸ ਕਿਸਾਨ ਨੇ ਇਹਨਾਂ ਦਾ ਸਦਾ ਇਹ ਸੁਖੀ ਰਹਿਣ। ਦੋ ਵਿਸ਼ਿਆਂ ਦੇ ਉੱਤੇ ਗੱਲ ਕਰਾਂਗੇ। ਇੱਕ ਇਹ ਜੋ ਪ੍ਰੋਟੈਸਟ ਹੋ ਰਹੇ ਹੈ ਇਹਨਾਂ ਦੇ ਪਿੱਛੇ ਕੀ ਸੱਚਾਈਆਂ ਹੈ ਤੇ ਦੂਸਰਾ ਜਿਹੜੇ ਕਾਨੂੰਨ ਬਣੇ ਹੈ जो दो बिल लिआंदे गए तीन ਜਿਹੜੇ ਹੁਣ ਕੀ ਕਾਨੂੰਨ ਬਣ ਗਏ ਹੈ ਰਾਸ਼ਟਰਪਤੀ ਜੀ ਦੇ ਸਿਗਨੇਚਰਸ ਤੋਂ ਬਾਅਦ ਉਹ ਪਾਰਿਤ ਹੋ ਜਾਣਗੇ, ਉਹਨਾਂ ਦੇ ਪਿੱਛੇ ਕੀ ਸੱਚਾਈਆਂ ਤੇ ਕੀ ਝੂਠ ਹੈ ਇਹਨਾਂ ਤੇ ਗੱਲ ਕਰਾਂਗੇ। ਦੋਸਤੋ ਪਹਿਲੀ ਗੱਲ, ਜਿਹੜੇ ਪ੍ਰੋਟੈਸਟ ਹੋ ਰਹੇ ਹੈ ਇਹ ਕਾਂਗਰਸ ਗਵਰਨਮੈਂਟ ਵੱਲੋਂ ਮੋਟੀਵੇਟਿਡ ਪ੍ਰੋਟੈਸਟ ਨੇ। ਅਸੀਂ ਦੇਖੀਏ ਸਿੱਧੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਇੰਨੀ ਵੱਡੀ ਮਾਤਰਾ ਦੇ ਵਿੱਚ ਕਿਸਾਨਾਂ ਦਾ ਇਕੱਠੇ ਹੋਣਾ, ਮੈਂ ਕਈ ਜ਼ਿਮੀਂਦਾਰਾਂ ਨੂੰ ਮਿਲਿਆ। ਕਿਸਾਨ ਨੂੰ ਕਿਹਾ ਜਾਂਦਾ ਕਿਸਾਨ ਬਹੁਤ ਭੋਲਾ ਹੈ। ਕਿਸਾਨ ਜੇਕਰ ਭੋਲਾ ਹੈ ਤੇ ਕਿਸਾਨ ਨੂੰ ਕਿਸ ਝੂਠ ਬੋਲ ਕੇ ਇਕੱਠੇ ਕੀਤਾ ਜਾ ਰਿਹਾ ਹੈ ਕਿ ਤੁਹਾਡੇ ਹਿੱਤ ਖੋਲੇ ਜਾਣਗੇ, ਤੁਹਾਡੀਆਂ ਜ਼ਮੀਨਾਂ ਖੋਲੀਆਂ ਜਾਣਗੀਆਂ। ਮੈਂ ਅਗਲੇ ਵਿਸ਼ੇ ਤੇ ਜਦ ਆਊਂਗਾ ਤਾਂ ਬਿੱਲਾਂ ਦੇ ਉੱਪਰ ਬੋਲਾਂਗਾ। ਪੋਲੀਟੀਕਲ ਪਾਰਟੀਆਂ ਦੇਸ਼ ਦਾ ਹਿੱਤ ਨਾ ਚਾਹ ਕੇ ਸਦਾ ਵੋਟ ਬੈਂਕ ਪੋਲਿਟਿਕਸ ਹੀ ਕਰਦੀਆਂ ਆਈਆਂ। ਇਹ ਭਾਰਤੀ ਜਨਤਾ ਪਾਰਟੀ ਨਰਿੰਦਰ ਭਾਈ ਮੋਦੀ ਜੀ ਦੀ ਜੋ ਗਵਰਨਮੈਂਟ ਹੈ ਉਹ ਆਪਦਾ ਵੋਟ ਬੈਂਕ ਨੂੰ ਸਾਈਡ ਤੇ ਰੱਖ ਕੇ ਦੇਸ਼ ਦਾ ਹਿੱਤ, ਸਾਡੇ ਕਿਸਾਨਾਂ ਦਾ ਫਾਇਦਾ ਹੋ ਸਕੇ ਉਹ ਸੋਚ ਕੇ ਉਹਨਾਂ ਨੇ ਇਹ ਕਦਮ ਲਿਆ। ਤੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇੱਥੇ ਕਿ ਇਹ ਜੋ ਲਿਆਇਆ ਗਿਆ ਇਹ ਕੋਈ ਭਾਰਤੀ ਜਨਤਾ ਪਾਰਟੀ ਜਾਂ ਐਨਡੀਏ ਵੱਲੋਂ ਸਿਰਫ ਨਹੀਂ ਲਿਆਂਦਾ ਗਿਆ। ਜਦ ਕਾਂਗਰਸ ਦੀ ਗਵਰਨਮੈਂਟ ਸੀਗੀ ਤੇ ਕਾਂਗਰਸ ਦੀ ਗਵਰਨਮੈਂਟ ਹੀ ਇਹ ਬਿੱਲ ਲੈ ਕੇ ਆਈ ਸੀਗੀ, ਉਸ ਦੇ ਵਿੱਚ ਕੁਝ ਬਦਲਾਵ ਕਰਕੇ ਭਾਰਤੀ ਜਨਤਾ ਪਾਰਟੀ ਨੇ ਇਸ ਨੂੰ ਪਾਸ ਕਰਵਾਉਣ ਦੇ ਲਈ ਸਾਡੇ ਲੋਅਰ ਤੇ ਅਪਰ ਹਾਊਸ ਦੇ ਵਿੱਚ ਲੈ ਕੇ ਆਂਦਾ। ਹੁਣ ਕਾਂਗਰਸ ਦੇ ਮੈਨੀਫੈਸਟੋ ਦੇ ਵਿੱਚ ਸੀਗਾ ਇਹ ਬਿੱਲ ਤੇ ਹੁਣ ਇਹ ਉਸ ਦਾ ਵਿਰੋਧ ਕਰ ਰਹੇ ਹੈ। ਭਾਰਤੀ ਕਿਸਾਨ ਯੂਨੀਅਨ ਦੀ ਗੱਲ ਕਰੀਏ, ਭਾਰਤੀ ਕਿਸਾਨ ਯੂਨੀਅਨ 2019 ਦੇ ਵਿੱਚ ਕਾਂਗਰਸ ਨੂੰ ਸਪੋਰਟ ਕਰ ਰਹੀ ਸੀ ਤੇ ਅਸੀਂ ਕਿਸ ਤਰ੍ਹਾਂ ਮੰਨ ਲਈਏ ਕਿ ਇਹ ਕਿਸਾਨ ਜਿਹੜੇ ਹੈ ਇੱਕ ਸਿਰਫ ਕਿਸਾਨ ਹੀ ਅੱਗੇ ਵੱਧ ਕੇ ਇਹ ਪ੍ਰੋਟੈਸਟ ਕਰ ਰਹੇ ਹੈ। ਅਕਾਲੀ ਦਲ ਨੇ ਆਪਣਾ ਫੇਸ ਸੇਵ ਕਰਨ ਦੇ ਲਈ ਅੱਜ ਤੱਕ ਡਰਾਫਟਿੰਗ ਕਮੇਟੀ ਦੇ ਵਿੱਚ ਵੀ ਮੈਡਮ ਹਰਸਿਮਰਤ ਕੌਰ ਜੀ ਰਹੇ। ਅੱਜ ਤੱਕ ਉਹ ਸਰਾਂਦੇ ਰਹੇ ਹੈ, ਇਸ ਬਿੱਲ ਦੀ ਤਾਰੀਫ ਕਰਦੇ ਰਹੇ ਹੈ ਤੇ ਅੱਜ ਹੁਣ ਜੇਕਰ ਲੱਗਿਆ ਕਿ ਪੰਜਾਬ ਦੇ ਵਿੱਚ ਕਿਸਾਨ ਇਕੱਠਾ ਹੋ ਰਿਹਾ ਹੈ ਤੇ ਅੱਜ ਉਹ ਬਿੱਲ ਮਾੜਾ ਹੋ ਗਿਆ। ਹੁਣ ਜੇਕਰ ਅਸੀਂ ਬਿੱਲਾਂ ਦੀ ਗੱਲ ਕਰੀਏ, ਤਿੰਨ ਚੀਜ਼ਾਂ ਦੇ ਉੱਤੇ ਇਤਰਾਜ਼ ਜਿਹੜਾ ਹੈ ਜਤਾਇਆ ਜਾ ਰਿਹਾ ਹੈ। ਪਹਿਲੀ ਗੱਲ ਜਿਸ ਦੇ ਉੱਤੇ ਇਤਰਾਜ਼ ਸਾਡੇ ਕਿਸਾਨ ਜਤਾ ਰਹੇ ਹੈ ਜਾਂ ਉਹਨਾਂ ਨੂੰ ਗਲਤ ਮੈਸੇਜ ਕਨਵੇ ਕੀਤਾ ਜਾ ਰਿਹਾ ਹੈ ਉਹ ਹੈ MSP, ਮਿਨੀਮਮ ਸਪੋਰਟ ਪ੍ਰਾਈਸ। ਦੇਖੋ ਪਹਿਲਾਂ ਤਾਂ ਕਈ ਵਾਰ ਦੇਸ਼ ਦੇ ਕ੍ਰਿਸ਼ੀ ਮੰਤਰੀ ਨੇ ਇਸ ਗੱਲ ਦੇ ਉੱਤੇ ਚਰਚਾ ਕੀਤੀ, ਇਸ ਗੱਲ ਦੇ ਉੱਤੇ ਬੋਲਿਆ। ਲੋਕ ਸਭਾ ਦੇ ਵਿੱਚ ਜਦ ਉਹਨਾਂ ਨੇ ਬਿੱਲ ਰੱਖਿਆ ਉਸ ਵੇਲੇ ਵੀ ਇਹ ਗੱਲ ਕੀਤੀ ਗਈ ਤੇ ਹੁਣ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਉਹਨਾਂ ਨੇ ਵੀ ਇਸ ਗੱਲ ਦੇ ਉੱਤੇ ਬਿਲਕੁਲ ਕਲੈਰਿਟੀ ਲਿਆ ਦਿੱਤੀ ਕਿ MSP ਖਤਮ ਨਹੀਂ ਹੋਏਗਾ। MSP ਸੀ, MSP ਹੈ ਤੇ MSP ਰਹੇਗਾ। ਪਰ ਜੇਕਰ ਕਿਸਾਨ ਆਪਦੀ ਫਸਲ ਨੂੰ ਜਲਾਲਾਬਾਦ ਦਾ, ਫਾਜ਼ਿਲਕਾ ਦਾ, ਲੁਧਿਆਣਾ ਦਾ ਕੋਈ ਕਿਸਾਨ ਆਪਦੀ ਫਸਲ ਕੱਢ ਕੇ ਦਿੱਲੀ ਦੇ ਵਿੱਚ ਵੱਧ ਰੇਟਾਂ ਤੇ ਵੇਚਦਾ ਹੈ ਤਾਂ ਉਸ ਨੂੰ ਕਿਉਂ ਨਾ ਫਾਇਦਾ ਹੋਏ, ਉਸ ਨੂੰ ਕਿਉਂ ਨਾ ਅਲਾਉ ਕੀਤਾ ਜਾਏ। ਤੁਸੀਂ ਦੇਖੋ ਸਾਡੇ ਪੰਜਾਬ ਦੇ ਵਿੱਚ ਅਸੀਂ ਝੋਨਾ ਉਗਾਉਂਦੇ ਆ, ਜਿਹੜੀ ਤਾਂ ਪਰਮਲ ਹੈ ਉਸ ਨੂੰ ਤਾਂ ਗਵਰਨਮੈਂਟ ਖਰੀਦਦੀ ਹੈ, ਉਸ ਦੇ ਲਈ ਗਵਰਨਮੈਂਟ MSP ਸੈੱਟ ਕਰਦੀ ਹੈ। ਲੇਕਿਨ 11-21 ਬਾਸਮਤੀ ਜੋ ਹੈ ਉਸ ਦੇ ਲਈ ਤਾਂ ਨਹੀਂ ਗਵਰਨਮੈਂਟ MSP ਸੈੱਟ ਕਰਦੀ। ਉਸ ਦਾ ਪ੍ਰਾਈਸ ਤਾਂ ਜੋ ਹੈ ਉਹ ਪ੍ਰਾਈਵੇਟ ਮਿਲਰਸ ਹੀ ਜਿਹੜੇ ਹੈ ਉਹੀ ਡਿਸਾਈਡ ਕਰਦੇ ਆ, ਪ੍ਰਾਈਵੇਟ ਇੰਟਰਨੈਸ਼ਨਲ ਮਾਰਕੀਟ ਹੀ ਡਿਸਾਈਡ ਕਰਦੀ ਹੈ। ਸੋ ਜੇਕਰ ਉਹ ਸਾਡਾ ਕਿਸਾਨ ਲਗਾਉਂਦਾ ਹੈ ਤੇ ਫਾਇਦਾ ਲੈਂਦਾ ਹੈ ਤੇ ਜੇਕਰ ਪ੍ਰਾਈਵੇਟ
ਲੋਕ ਆਣਗੇ ਤੁਹਾਡੇ ਨਾਲ ਕੰਟਰੈਕਟ ਫਾਰਮਿੰਗ ਕਰਨਗੇ ਤਾਂ ਕੀ ਉਹ ਫਾਇਦਾ ਨਹੀਂ ਹੋਏਗਾ? ਬੜੀਆਂ ਐਗਜ਼ਾਮਪਲਸ ਨੇ ਅਜਿਹੀਆਂ ਜਿੱਥੇ ਵੱਡੀਆਂ ਫਰਮਸ ਨੇ, ਮੈਕਡੋਨਲਡ ਨੇ, ਦਿਸ KFC ਨੇ, ਇਹਨਾਂ ਨੇ ਆਪਣੀ ਮਰਜ਼ੀ ਦੀ ਫਸਲ ਜਿਹੜੀ ਹੈ ਕਿਸਾਨ ਤੋਂ ਉਗਵਾਈ ਹੈ ਤੇ ਉਹ ਕਿਸਾਨ ਅੱਜ ਬਹੁਤ ਸੌਖਾ ਹੈ, ਬਹੁਤ ਸੌਖਾ ਹੈ। ਜਿੰਨੇ ਸਾਡੇ ਕੁਦਰਤੀ ਖੇਤੀ ਵਾਲੇ ਕਿਸਾਨ ਹੈ ਉਹ ਮੰਡੀ ਦੇ ਵਿੱਚ ਲਿਜਾ ਕੇ ਆਪਣੀਆਂ ਫਸਲਾਂ ਨਹੀਂ ਵੇਚਦੇ, ਉਹਨਾਂ ਦੇ ਘਰੋਂ ਵਿਕਦੀਆਂ ਫਸਲਾਂ, ਤਾਂ ਕੀ ਉਹਨਾਂ ਨੂੰ ਫਾਇਦਾ ਨਹੀਂ ਹੋਏਗਾ? ਸੋ ਇਹ ਜਿਹੜੀ ਧਾਰਨਾ, ਇਹ ਗਲਤ ਮੈਸੇਜ ਜੋ ਕਨਵੇ ਕੀਤਾ ਜਾ ਰਿਹਾ ਕਿ MSP ਖਤਮ ਹੋ ਜਾਏਗਾ, ਮੇਰੇ ਦੋਸਤੋ, ਮੇਰੇ ਭਰਾਵੋ, ਤੁਹਾਨੂੰ ਹੱਥ ਜੋੜ ਕੇ ਇਹ ਬੇਨਤੀ ਹੈ, MSP ਖਤਮ ਨਹੀਂ ਹੋਏਗਾ, MSP ਰਹੇਗਾ। ਤੁਹਾਨੂੰ ਇੱਕ ਐਡੀਸ਼ਨਲ ਸਹੂਲੀਅਤ ਦਿੱਤੀ ਜਾ ਰਹੀ ਹੈ ਕਿ ਜੇਕਰ ਤੁਸੀਂ ਐਡੀਸ਼ਨਲ ਵੱਧ ਮੁੱਲ ਦੇ ਉੱਤੇ ਆਪਦੇ ਫਸਲ ਨੂੰ ਕਿਰੇ ਵੇਚਣਾ ਚਾਹੋ ਤਾਂ ਵੇਚ ਸਕਦੇ ਹੋ। ਦੂਸਰਾ ਕਿਹਾ ਜਾ ਰਿਹਾ ਹੈ ਕਿ ਮੰਡੀਆਂ ਖਤਮ ਹੋ ਜਾਣਗੀਆਂ। ਮੰਡੀ ਖਤਮ ਨਹੀਂ ਹੋਏਗੀ। ਮੰਡੀਆਂ ਦਾ ਸਾਡੇ ਆੜਤੀ ਭਰਾਵਾਂ ਦਾ ਕੰਮ ਰਾਦਰ ਵਧਣ ਵਾਲਾ ਹੈ। ਹਾਂ, ਸਾਡਾ ਦਾਇਰਾ ਸਾਨੂੰ ਵਧਾਉਣਾ ਪਏਗਾ। ਜੇਕਰ ਅਸੀਂ ਅੱਗੇ ਸਿਰਫ ਜਲਾਲਾਬਾਦ ਤੱਕ ਜਾਂ ਆਪਦੇ ਖੇਤਰ ਤੱਕ ਸੀਮਿਤ ਸੀਗੇ, ਹੁਣ ਸਾਨੂੰ ਉਸ ਤੋਂ ਬਾਹਰ ਨਿਕਲ ਕੇ ਹੋਰ ਥਾਵਾਂ ਦੇ ਉੱਪਰ, ਹੋਰ ਥਾਵਾਂ ਦੇ ਨਾਲ ਵੀ ਜੁੜਨਾ ਪਏਗਾ। ਜਿਹੜੀ ਗੱਲ ਕੀਤੀ ਜਾ ਰਹੀ ਹੈ ਪ੍ਰਾਈਵੇਟਾਈਜੇਸ਼ਨ ਦੀ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਹੈ ਸਾਡੇ ਕਿਸਾਨ ਭਰਾਵਾਂ ਦੀਆਂ, ਉਹ ਠੇਕੇ ਤੇ ਲੈ ਲਿੱਤੀਆਂ ਜਾਣਗੀਆਂ ਜਾਂ ਉਹਨਾਂ ਨੂੰ ਲੀਜ਼ ਕਰ ਲਿਆ ਜਾਏਗਾ ਜਾਂ ਖਰੀਦ ਲਿੱਤੀਆਂ ਜਾਣਗੀਆਂ, ਤਾਂ ਉਸ ਬਿੱਲ ਦੇ ਵਿੱਚ ਕਲੀਅਰਲੀ ਇਹ ਲਿਖਿਆ ਹੈ ਕਿ ਤੁਹਾਡੇ ਕੋਲੋਂ ਜਿਹੜੇ ਵਪਾਰੀ ਹੈ ਜੋ ਤੁਹਾਡੇ ਨਾਲ ਕੰਟਰੈਕਟ ਫਾਰਮਿੰਗ ਕਰਨਗੇ ਆਉਣ ਵਾਲੇ ਟਾਈਮ ਦੇ ਵਿੱਚ, ਉਹ ਤੁਹਾਡੀ ਜ਼ਮੀਨ ਨਹੀਂ ਖਰੀਦ ਸਕਦੇ, ਉਹ ਤੁਹਾਡੀ ਜ਼ਮੀਨ ਨਹੀਂ ਹੜਪ ਸਕਦੇ। ਤੁਹਾਡੀ ਪੇਮੈਂਟ ਜਿਸ ਦਿਨ ਉਹ ਚੁੱਕਣਗੇ 2/3 ਉਸ ਦਿਨ ਉਹਨਾਂ ਨੂੰ ਅਦਾ ਕਰਨੀ ਪਏਗੀ, 2/3 ਹਿੱਸਾ, ਤੇ 1/3 3 ਦਿਨਾਂ ਦੇ ਵਿੱਚ। ਸਰਕਾਰ ਇਹੋ ਜਿਹੀਆਂ ਚੰਗੀਆਂ ਨੀਤੀਆਂ ਲਿਆ ਕੇ ਸਾਡੇ ਕਿਸਾਨ ਦਾ ਢਿੱਡ ਭਰਨਾ ਚਾਹੁੰਦੀ ਹੈ। ਕਿਸਾਨ ਤੇ ਜਵਾਨ ਦੋਨਾਂ ਨੂੰ ਬਚਾਉਣ ਲੱਗੀ ਹੈ ਇਹ ਸਰਕਾਰ। ਸੋ ਅਸੀਂ ਆਈਏ ਆਸ-ਪਾਸ ਵੀ ਲੋਕਾਂ ਨੂੰ ਸਜਗ ਕਰੀਏ ਕਿ ਇਹ ਜੋ ਕਾਨੂੰਨ ਬਣਨ ਜਾ ਰਿਹਾ ਹੈ, ਇਹ ਕਾਨੂੰਨ ਸਾਡੇ ਕਿਸਾਨ ਭਰਾਵਾਂ ਦੀ ਬਿਹਤਰੀ ਦੇ ਵਾਸਤੇ ਹੈ, ਨੁਕਸਾਨ ਦੇ ਵਾਸਤੇ ਨਹੀਂ ਹੈ। ਸੋ ਆਓ ਰਲ ਮਿਲ ਕੇ ਆਸ-ਪਾਸ ਚੰਗਾ ਵੰਡਣ ਦਾ ਇੱਕ ਪੋਜ਼ਿਟਿਵ ਨੈਰੇਟਿਵ ਤਿਆਰ ਕਰਨ ਦੇ ਵਾਸਤੇ ਆਪਾਂ ਅੱਗੇ ਵਧੀਏ, ਆਪਾਂ ਹੱਥ ਇੱਕ ਦੂਸਰੇ ਦੇ ਨਾਲ ਫੜੀਏ ਤੇ ਚੰਗਾ ਮੈਸੇਜ ਸੋਸਾਇਟੀ ਦੇ ਵਿੱਚ ਕਨਵੇ ਕਰੀਏ ਕਿ ਕੁਝ ਚੰਗਾ ਹੋ ਰਿਹਾ ਹੈ ਦੇਸ਼ ਦੇ ਵਾਸਤੇ। ਧੰਨਵਾਦ।